तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੋ ਹਮਰੀ ਬਿਦ ਹੋਤੀ ਮੇਰਾ ਸਤਿਗੁਰਾ, ਸਾ ਬਿਦ ਤੁਮ ਹਰ ਜਾਨੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਿਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਤੇਗ ਬਹਾਦਰ ਸਿਮਰਿਆ ਕਰ ਨਾਮ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਤਿਕਾਰਯੋਗ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਲੜੀਵਾਰ ਸਤਿਗੁਰ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਨ ਕਰ ਰਹੇ ਹੋ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ ਵਿੱਚ ਵਰਤਨ ਗੁਰੂ ਕੇ ਜੀਵਨ ਨੂੰ ਅਸੀਂ ਸਰਵਨ ਕਰ ਸਕੀਏ ਅਤੇ ਲਾਹਾ ਜੀਵਨ ਦੇ ਵਿੱਚੋਂ ਪ੍ਰਾਪਤ ਸਾਨੂੰ ਹੋ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਕਿ ਸਤਿਗੁਰ ਮਹਾਰਾਜ ਜੀ ਨੇ ਕਾਬਲ ਤੋਂ ਸੰਗਤ ਚੱਲ ਕੇ ਆਉਂਦੀ ਹੈ ਅਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਜੀਵਨ ਦਾ ਜੋ ਅਸਲ ਉਪਦੇਸ਼ ਹੈ ਬਖਸ਼ਿਸ਼ ਕਰਦੇ ਨੇ ਕਿ ਇਹ ਮਨੁੱਖਾ ਸਰੀਰ ਜਿਹੜਾ ਸਤਿਗੁਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਇਹ ਸਾਨੂੰ ਪਰਮਾਤਮਾ ਦੀ ਬਖਸ਼ਿਸ਼ ਦੇ ਕਰਕੇ ਪ੍ਰਾਪਤ ਹੋਇਆ। ਔਰ ਇਹ ਇਸ ਕਰਕੇ ਪ੍ਰਾਪਤ ਹੋਇਆ ਹੈ ਤਾਂ ਕਿ ਸਾਡਾ ਜਿਹੜਾ ਆਉਣਾ ਜਾਣਾ ਮੁੱਕ ਸਕੇ। ਭਗਤ ਰਵਿਦਾਸ ਸਾਹਿਬ ਜੀ ਦੇ ਬਚਨ ਨੇ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਪਇਓ ਦਰਸ਼ਨ ਦੇਖੇ।
ਕਿ ਇਹ ਜੀਵਨ ਬਾਰ-ਬਾਰ ਮਿਲਣ ਵਾਲਾ ਨਹੀਂ। ਇਹ ਜੀਵਨ ਬੜੇ ਕਠਿਨ ਜਿਹੜੇ ਸੀ ਅੰਧੇਰੇ ਦੇ ਵਿੱਚੋਂ ਨਿਕਲ ਕਰਕੇ ਇੱਕ ਆਸ ਦੀ ਕਿਰਨ ਸਾਨੂੰ ਪ੍ਰਾਪਤ ਹੋਈ। ਮਹਾਰਾਜ ਬਾਣੀ ਦੇ ਵਿੱਚ ਕਿਰਪਾ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰਨ ਕਾਲ ਇਹ ਦੇਹ ਸੰਜਰੀਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਅਸਲ ਦੇ ਵਿੱਚ ਮੌਕਾ ਹੈ ਸਾਡੇ ਕੋਲ। ਇਹ ਪ੍ਰਮਾਤਮਾ ਨੇ ਸਾਨੂੰ ਅਵਸਰ ਦੇ ਦਿੱਤਾ ਹੈ ਕਿ ਅਸੀਂ ਇਸ ਮੌਕੇ ਦਾ ਲਾਭ ਉਠਾਉਂਦਿਆਂ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਸਾਡਾ ਜੀਵਨ ਜਿਹੜਾ ਹੈ ਕਿਤੇ ਇਹ ਨਾ ਹੋਵੇ ਕਿ ਹੱਥੋਂ ਸਵਾਸਾਂ ਦੀ ਪੂੰਜੀ ਸਾਡੇੋਂ ਖਤਮ ਹੋ ਜਾਏ ਤੇ ਅਸੀਂ ਬਾਅਦ ਵਿੱਚ ਸੋਚੀਏ ਕਿ ਪ੍ਰਮਾਤਮਾ ਸਾਨੂੰ ਕਿਤੇ ਮੌਕਾ ਦਿੰਦਾ ਤੇ ਅਸੀਂ ਰੱਬ ਦੇ ਨਾਲ ਜੁੜ ਸਕਦੇ, ਸਾਡਾ ਜੀਵਨ ਜਨਮ ਮਰਨ ਜਿਹੜਾ ਉਹ ਖਤਮ ਹੋ ਜਾਂਦਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੇ ਬੜੇ ਸੋਹਣੇ ਬਚਨ ਨੇ, ਉਹ ਕਿਰਪਾ ਕੀਤੀ ਉਹਨਾਂ ਨੇ, ਸੰਤ ਕਵੀ ਨੇ, ਤੇ ਉਹਨਾਂ ਦੀ ਕਲਮ ਦੇ ਵਿੱਚੋਂ ਬਚਨ ਨਿਕਲੇ ਕਿ ਇਹ ਇੱਕਦਮ ਸੋਚ ਨੇ ਆਪਣੀ ਕੀਤੀ, ਕੌਣ ਤੇ ਕਿਉਂ ਕਰਾਇਆ ਹਾਂ। ਐਵੇਂ ਸਾਰੀ ਉਮਰ ਗਵਾ ਕੇ ਮਹਾਂ ਸ਼ੋਕ ਪਛਤਾਇਆ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ ਲਿਖਦੇ ਨੇ ਕਿ ਇੱਕ ਦਿਨ ਅੰਦਰ ਦੇ ਵਲਵਲਿਆਂ ਨੇ ਬੈਠ ਕੇ ਜਿਵੇਂ ਵਿਚਾਰ ਕਰਨਾ ਕੀਤੀ ਕਿ ਮੈਂ ਅਸਲ ਦੇ ਵਿੱਚ ਹੈ ਕੌਣ ਤੇ ਸੰਸਾਰ ਦੇ ਵਿੱਚ ਕਰਨ ਕੀ ਆਇਆ। ਬਹੁਤੇ ਸੰਸਾਰ ਦੇ ਵਿੱਚ ਲੋਕ ਅੱਜ ਤੱਕ ਇਹੀ ਨਹੀਂ ਸਮਝ ਸਕੇ ਕਿ ਸਾਡੇ ਆਉਣ ਦਾ ਮਨੋਰਥ ਸੰਸਾਰ ਦੇ ਵਿੱਚ ਕੀ ਹੈ, ਅਸੀਂ ਆਏ ਕਿਉਂ ਹਾਂ, ਅਸੀਂ ਕਿਸ ਕਾਰਨ ਕਰਕੇ ਆਏ। ਜੇਕਰ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਪਰਿਵਾਰ, ਘਰ ਜਾਂ ਦੁਨਿਆਵੀ ਸੁੱਖ ਹੀ ਹੋਵੇ ਤੇ ਮਨੁੱਖਾ ਸਰੀਰ ਤੋਂ ਇਲਾਵਾ ਬਹੁਤ ਸਾਰੀਆਂ ਐਸੀਆਂ ਜੂਨਾਂ ਨੇ ਜਿਹੜੇ ਖਾਣ ਪੀਣ ਤੇ ਸੌਣ ਤੱਕ ਹੀ ਸੀਮਤ ਨੇ, ਜਿਨ੍ਹਾਂ ਦਾ ਜੀਵਨ ਖਾਂਦਿਆਂ ਪੀਂਦਿਆਂ ਤੇ ਸੌਂਦਿਆਂ ਹੀ ਗੁਜ਼ਰ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਇਹ ਅਵਸਰ ਹੈ, ਇਹ ਵਾਰੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ ਆਗੇ, ਬਸਨ ਸੁਹੇਲਾ ਔਦ ਕਟੇ ਦਿਨ ਸਰੈ ਨਾਰੇ, ਮਨ ਗੁਰ ਮਿਲਕਾਦ ਸਵਾਰੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਵੇਂ ਹੀ ਬਾਣੀ ਦਾ ਉਪਦੇਸ਼ ਦਿੰਦਿਆਂ ਵੱਖ-ਵੱਖ ਨਗਰ ਅਸਥਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਗਏ। ਕਾਬਲ ਦੀ ਸੰਗਤ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਉਪਦੇਸ਼ ਦਿੱਤਾ। ਪੁੱਛਿਆ, ਮਹਾਰਾਜ ਮਨੁੱਖਾ ਜਨਮ ਦਾ ਉਪਦੇਸ਼ ਪਰਮਾਤਮਾ ਨਾਲ ਕਿਵੇਂ ਮਿਲੀਏ? ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਇੱਕ ਤਾਂ ਵਿਕਾਰਾਂ ਦੀ ਗ੍ਰਿਫਤ ਤੋਂ ਬਚਣਾ ਹੈ। ਬਾਣੀ 'ਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਕਿ ਇਹ ਜਿਹੜੇ ਪੰਜ ਵਿਕਾਰ ਨੇ ਨਾ, ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਸੁਨੇ ਨਾ ਕੋਈ ਪੁਕਾਰਾ। ਕਿ ਇਸ ਸਰੀਰ ਦੇ ਅੰਦਰ, ਇਸ ਦੇਹੀ ਦੇ ਅੰਦਰ ਪੰਜ ਚੋਰ ਵਸਦੇ ਪਏ ਨੇ, ਔਰ ਇਹ ਪੰਜ ਚੋਰ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਕੰਨਾਂ ਦੇ ਰਾਹੀਂ, ਨਾਸਕਾ ਦੇ ਰਾਹੀਂ, ਤਵਚਾ ਦੇ ਰਾਹੀਂ, ਸਕਿਨ ਦੇ ਰਾਹੀਂ, ਅੱਖਾਂ ਦੇ ਰਾਹੀਂ, ਜੀਭਾ ਦੇ ਰਾਹੀਂ ਇਹ ਸਾਡੇ ਅੰਦਰੋਂ ਜਿਹੜਾ ਇਹ ਵਿਕਾਰਾਂ ਨੂੰ ਪੈਦਾ ਕਰਦੇ ਨੇ, ਸਾਡੇ ਅੰਦਰਲੇ ਟਿਕਾ ਨੂੰ ਲੁੱਟ ਕੇ ਲੈ ਜਾਂਦੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ। ਇਹ ਅੰਮ੍ਰਿਤ ਨੂੰ ਅੰਦਰੋਂ ਲੁੱਟਦੇ ਨੇ ਤੇ ਮਹਾਰਾਜ ਕਹਿੰਦੇ ਨੇ ਮਨਮੁਖ ਨੂੰ ਇਸ ਗੱਲ ਦੀ ਸਮਝ ਕੋਈ ਨਹੀਂ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਸੁਨੇ ਨਾ ਕੋਈ ਪੁਕਾਰਾ। ਹੁਣ ਉਹ ਪੁਕਾਰ ਵੀ ਕਰਦਾ ਹੈ ਤੇ ਉਹਦੀ ਪੁਕਾਰ ਵੀ ਕਿਤੇ ਸੁਣੀ ਨਹੀਂ ਜਾਂਦੀ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਦੇਖੋ, ਪਰਿਵਾਰ ਦੇ ਵਿੱਚ ਮਾਤਾ ਪਿਤਾ ਜਿਨ੍ਹਾਂ ਦਾ ਹਮੇਸ਼ਾ ਇਹ ਧਿਆਨ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਗਲਤ ਸੰਗਤ ਵੱਲੇ ਨਾ ਜਾਣ। ਬਾਲਕ
ਕਿਤੇ ਗਲਤ ਆਦਮੀ ਦੇ ਕੋਲ ਖਲੋਤਾ ਹੋਵੇਗਾ ਤੇ ਮਾਂ ਝਿੜਕ ਕੇ ਲੈ ਕੇ ਜਾਏਗੀ, ਪਿਤਾ ਝਿੜਕੇਗਾ ਤੇ ਉਹਨੂੰ ਸਮਝਾਏਗਾ ਕਿ ਇਹਨਾਂ ਕੋਲ ਨਹੀਂ ਖੜੇ ਹੋਣਾ ਕਿਉਂਕਿ ਇਹ ਬੁਰੀ ਸੰਗਤ ਹੈ। ਪਰ ਸਤਿਗੁਰ ਮਹਾਰਾਜ ਕਹਿੰਦੇ ਨੇ ਬਾਹਰੀ ਸੰਗਤ ਤੋਂ ਤੇ ਮਾਤਾ ਪਿਤਾ ਬਚਾਉਂਦੇ ਨੇ, ਬਾਹਰੀ ਸੰਗਤ ਦੇ ਉੱਤੋਂ ਭੈਣ ਭਰਾ ਕੋਈ ਮਿੱਤਰ ਵੀ ਬਚਾ ਲਵੇਗਾ। ਜੇ ਕਿਸੇ ਗੁਨਾਹ ਦੇ ਵਿੱਚ ਫਸ ਗਿਆ, ਹੋ ਸਕਦਾ ਹੈ ਧਨ ਦੇ ਨਾਲ ਵੀ ਬਚ ਜਾਏ, ਸਿਆਣਪ ਦੇ ਨਾਲ ਵੀ ਬਚ ਜਾਏ। ਪਰ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿਹੜੇ ਅੰਦਰ ਨੂੰ ਲੁੱਟਦੇ ਪਏ ਵਿਕਾਰ ਨੇ, ਇਹਨਾਂ ਨੂੰ ਨਾ ਤੇ ਮਾਂ ਇਹਨਾਂ ਤੋਂ ਬਚਾ ਸਕਦੀ, ਨਾ ਪਿਤਾ, ਨਾ ਮਿੱਤਰ, ਨਾ ਭਰਾ, ਨਾ ਧਨ, ਨਾ ਦੌਲਤ, ਨਾ ਸਿਆਣਪ। ਮਹਾਰਾਜ ਜੀ ਦੇ ਬਚਨ ਨੇ, ਇਨ ਤੇ ਰਾਖੇ ਬਾਪ ਨਾ ਮਾਈ, ਇਨ ਤੇ ਰਾਖੇ ਮੀਤ ਨਾ ਪਾਈ, ਦਰਬ ਸਿਆਣਪ ਨਾ ਉਹੇ ਰਹਤੇ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਦੇਖੋ ਇਨ ਤੇ ਰਾਖੇ ਬਾਪ ਨਾ ਮਾਈ, ਇਹਨਾਂ ਵਿਕਾਰਾਂ ਤੋਂ ਬਾਪ ਨਾ ਮਾਈ, ਮਾਂ ਬਾਪ ਨਹੀਂ ਬਚਾ ਸਕਦੇ। ਇਨ ਤੇ ਰਾਖੇ ਮੀਤ ਨਾ ਪਾਈ, ਇਹਨਾਂ ਵਿਕਾਰਾਂ ਤੋਂ ਮਿੱਤਰ ਤੇ ਭਰਾ ਨਹੀਂ ਬਚਾ ਸਕਦੇ। ਦਰਬ ਸਿਆਣਪ ਨਾ ਉਹੇ ਰਹਤੇ, ਦਰਬ ਦੇ ਨਾਲ, ਸਿਆਣਪ ਦੇ ਨਾਲ, ਧਨ ਦੇ ਨਾਲ, ਦਰਬ ਦੇ ਅਰਥ ਨੇ ਧਨ, ਧਨ ਦੇ ਨਾਲ ਜੇ ਤੂੰ ਕਵੇਂ ਕਿ ਮੈਂ ਇਹਨਾਂ ਵਿਕਾਰਾਂ ਤੋਂ ਬਚ ਸਕਦਾ, ਤੇ ਮਹਾਰਾਜ ਕਹਿੰਦੇ ਨਾ, ਇਹਨਾਂ ਤੋਂ ਬਿਲਕੁਲ ਧਨ ਦੇ ਨਾਲ ਨਹੀਂ ਬਚਿਆ ਜਾਣਾ। ਦਰਬ ਸਿਆਣਪ ਨਾ ਉਹੇ ਰਹਤੇ। ਤੇ ਸਤਿਗੁਰ ਮਹਾਰਾਜ ਜੀ ਫਿਰ ਇਹਨਾਂ ਤੇ ਕਾਬੂ ਕਿਵੇਂ ਪਾਇਆ ਜਾਏ, ਤੇ ਮਹਾਰਾਜ ਕਹਿੰਦੇ ਨੇ ਸਾਧ ਸੰਗਤ ਓਏ ਦੁਸ਼ਟ ਵਸ ਹੋਤੇ। ਸੰਗਤ ਕਰਨ ਦੇ ਨਾਲ ਇਹ ਵਿਕਾਰ ਜਿਹੜੇ ਨੇ, ਇਹ ਦੁਸ਼ਟ ਜਿਹੜੇ ਨੇ, ਇਹ ਵਸ ਕਾਬੂ ਦੇ ਵਿੱਚ ਆਉਂਦੇ ਨੇ। ਇਸੇ ਕਰਕੇ ਜਦੋਂ ਵੀ ਕੋਈ ਧਾਰਮਿਕ ਰਹਿਬਰ ਸੰਸਾਰ ਤੇ ਆਇਆ ਤੇ ਉਹਨੇ ਬਹੁਤਾ ਜ਼ੋਰ ਦਿੱਤਾ ਕਿ ਸੰਗਤ ਦੇ ਵਿੱਚ ਰਹਿ ਕੇ, ਇਕੱਠਿਆਂ ਹੋ ਕਰਕੇ ਅਸੀਂ ਮਨ ਦੇ ਉੱਤੇ ਕਾਬੂ ਪਾ ਸਕਦੇ ਹਾਂ। ਹਜ਼ਰਤ ਮੁਹੰਮਦ ਸਾਹਿਬ ਜੀ ਨੇ ਇਸਲਾਮ ਧਰਮ ਦੇ ਬਾਨੀ ਸਨ, ਤੇ ਉਹਨਾਂ ਨੇ ਆਪਣੀ ਉਮਤ ਨੂੰ, ਆਪਣੇ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਘੱਟ ਤੋਂ ਘੱਟ 5 ਟਾਈਮ ਦੀ ਨਮਾਜ਼ ਜ਼ਰੂਰ ਪੜ੍ਹਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ 2 ਟਾਈਮ ਦੀ ਸੰਗਤ ਬਖਸ਼ੀ, 2 ਟਾਈਮ ਦਾ ਨਿਤਨੇਮ ਬਖਸ਼ਿਆ ਕਿ ਸਵੇਰੇ ਤੇ ਸ਼ਾਮ ਗੁਰੂ ਘਰ ਦੇ ਵਿੱਚ ਬੈਠੋ। ਸੰਗਤ ਦੇ ਵਿੱਚ ਬੈਠੋਗੇ ਤੇ ਸੰਗਤ ਦੇ ਵਿੱਚ ਪਰਮਾਤਮਾ ਆਪ ਬੈਠਾ ਹੈ। ਮਹਾਰਾਜ ਜੀ ਦੇ ਬਚਨ ਨੇ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਦੇ ਵਿੱਚ ਬੈਠਿਆਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਵਿਕਾਰਾਂ ਵੱਲੋਂ ਮਨ ਕਾਬੂ ਦੇ ਵਿੱਚ ਆ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਸ ਕਾਬਲ ਦੀ ਜਿਹੜੀ ਸੰਗਤ ਮਹਾਰਾਜ ਜੀ ਦੇ ਚਰਨਾਂ ਵਿੱਚ ਆਈ, ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਇੱਕ ਤਾਂ ਵਿਕਾਰਾਂ ਵਾਲੇ ਪਾਸਿਓਂ ਮਨ ਨੂੰ ਰੋਕੋ। ਇਹ ਨਾ ਹੋਵੇ ਕਿ ਵਿਕਾਰਾਂ ਦੇ ਵਿੱਚ, ਇਹਨਾਂ ਵਿਕਾਰਾਂ ਨੂੰ ਸੋਚਦਿਆਂ ਹੋਇਆਂ ਹੀ ਜਿਹੜਾ ਹੈ ਉਹ ਸਾਡੇ ਸਵਾਸ ਘਟਦੇ ਜਾਣ। ਕਿਉਂਕਿ ਸਾਧ ਸੰਗਤ ਦੇਖੋ, ਅਸੀਂ ਤੁਰੇ ਫਿਰਦੇ ਹਾਂ ਤੇ ਸਾਡੇ ਸਵਾਸ ਤਾਂ ਵੀ ਚੱਲਦੇ ਨੇ, ਪਰ ਜਦੋਂ ਅਸੀਂ ਤੁਰਨਾ ਫਿਰਨਾ ਛੱਡ ਕੇ ਰਾਤ ਨੂੰ ਆਰਾਮ ਕਰਨ ਲੱਗ ਪੈਂਦੇ ਹਾਂ, ਅਸੀਂ ਆਰਾਮ ਅਵਸਥਾ ਵਿੱਚ ਸੁੱਤੇ ਪਏ ਹਾਂ, ਨੀਂਦਰ ਦੇ ਵਿੱਚ ਹਾਂ, ਤੇ ਸਵਾਸ ਸਾਡੇ ਉਸ ਵੇਲੇ ਵੀ ਚੱਲਦੇ ਪਏ ਨੇ। ਤੇ ਉਹ ਸਵਾਸ ਜਿਹੜੇ ਨੇ, ਜੇਕਰ ਅਸੀਂ ਨਾਮ ਵਾਲੇ ਪਾਸੇ ਮਨ ਨੂੰ ਨਹੀਂ ਜੋੜਿਆ, ਤੇ ਹੋ ਸਕਦਾ ਹੈ ਕਿ ਜਿਹਨੇ ਦਿਨੇ ਵਿਕਾਰ ਕੀਤੇ ਇਕੱਠੇ, ਉਹ ਰਾਤ ਨੂੰ ਵੀ ਸੁਪਨਿਆਂ ਦੇ ਵਾਂਗੂ ਉਹਦੇ ਅੱਗੇ ਆਣ ਖਲੋਣਗੇ। ਮਹਾਰਾਜ ਜੀ ਨੇ ਕਿਰਪਾ ਕੀਤੀ, ਇਸ ਕਰਕੇ ਕਿਹਾ ਕਿ ਰਾਤ ਨੂੰ ਸੌਣ ਸਮੇਂ ਸਾਡੀ ਰਹਿਤ ਮਰਿਆਦਾ ਦੇ ਬਚਨ ਨੇ ਕਿ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੋ, ਬਾਣੀ ਪੜ੍ਹ ਕੇ ਸੌਵੋ ਤੇ ਕਿਰਪਾ ਗੁਰੂ ਦੀ ਵਰਤੇ ਅਰਦਾਸ ਕਰੋ, ਸਤਿਗੁਰ ਮਹਾਰਾਜ ਤੇਰੇ ਹੁਕਮ ਦੇ ਵਿੱਚ ਦਿਨ ਬੀਤਿਆ ਤੇ ਰਾਤ ਤੇਰੇ ਹੁਕਮ ਦੇ ਵਿੱਚ ਹੈ। ਗੁਰੂ ਕਿਰਪਾ ਕਰੇ ਕਿ ਰਾਤ ਜਿਹੜੀ ਅਵਸਥਾ ਮਹਾਰਾਜ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਆ ਕਿ ਆਓ ਸੁਭਾਗੀ ਨਿੰਦੜੀਏ, ਕਿ ਸੁਭਾਗੀ ਨਿੰਦੜੀ ਆ ਜਾਵੇ ਤੇ ਪ੍ਰਮਾਤਮਾ ਪ੍ਰੀਤਮ ਦੇ ਦਰਸ਼ਨ ਹੋ ਜਾਣ। ਜਿਵੇਂ ਭਾਈ ਵੀਰ ਸਿੰਘ ਹੋਣੀ ਲਿਖਦੇ ਨੇ ਕਿ ਸੁਪਨੇ ਦੇ ਵਿੱਚ ਮੈਨੂੰ ਮਾਹੀ ਮਿਲਿਆ, ਮੈਂ ਤਾਂ ਗਲਵੱਕੜੀ ਪਾਈ, ਡਰਦਾ ਮਾਰਾ ਅੱਖ ਨਾ ਖੋਲਾਂ, ਵਿਛੜ ਕਿਤੇ ਨਾ ਜਾਵਾਂ ਸਾਈਂ। ਭਾਈ ਵੀਰ ਸਿੰਘ ਕਹਿੰਦੇ ਨੇ ਕਿ ਜਦੋਂ ਮਨ ਜਿਹੜਾ ਟਿਕ ਜਾਂਦਾ ਹੈ ਤੇ ਟਿਕੇ ਹੋਏ ਮਨ ਦੇ ਨਾਲ ਪਰਮਾਤਮਾ ਨੂੰ ਯਾਦ ਕਰਕੇ ਸੌਂ ਵੀ ਜਾਓ, ਤੇ ਸੁਪਨੇ ਵੀ ਜੇਕਰ ਆਉਣਗੇ ਤਾਂ ਉਹ ਵੀ ਸੇਵਾ ਦੇ, ਸਿਮਰਨ ਦੇ, ਗੁਰੂ ਘਰ ਦੇ ਵਿੱਚ ਬੈਠਿਆਂ ਦੇ ਆਉਣਗੇ, ਤੇ ਸੁਪਨੇ ਦੇ ਵਿੱਚ ਵੀ ਪਰਮਾਤਮਾ ਦੀ ਪ੍ਰਾਪਤੀ ਦੇ ਨਾਲ ਜੁੜਿਆ ਰਹੇਗਾ। ਮਹਾਰਾਜ ਨੇ ਕਿਹਾ ਕਿ ਮਨੁੱਖਾ ਜਨਮ ਅਮੋਲਕ ਹੈ, ਵਿਕਾਰਾਂ ਦੇ ਵਿੱਚ ਇਹਨੂੰ ਨਾ ਗਵਾਓ, ਸਵਾਸ ਵਿਅਰਥ ਨਹੀਂ ਜਾਣੇ ਚਾਹੀਦੇ। ਸਤਿਗੁਰ ਮਹਾਰਾਜ ਪਾਤਸ਼ਾਹ ਇੱਥੇ ਫਿਰ ਕੁਝ ਸਮਾਂ ਰੁਕਣ ਤੋਂ ਬਾਅਦ ਅਗਲੇ ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਇੱਕ ਨਗਰ ਹੈ ਜਿਹਦਾ ਨਾਮ ਭੀਖੀ ਕਰਕੇ ਲਿਖਿਆ,
ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਭੀਖੀ ਨਗਰ ਦੇ ਵਿੱਚ ਜਾਂਦੇ ਨੇ ਤੇ ਇੱਥੋਂ ਦਾ ਜਿਹੜਾ ਚੌਧਰੀ ਹੈ ਜਿੰਦਾ ਨਾਮ ਸੀ ਦੇਸੂ, ਇਹ ਵੀ ਸੁਲਤਾਨੀਆਂ ਦਾ ਪੂਜਕ ਸੀ। ਇਹ ਵੀ ਤੁਰਕ ਰੀਤ ਨੂੰ ਅਪਣਾ ਕੇ ਬੈਠਾ ਸੀ, ਤੁਰਕ ਰੀਤ ਸਿਰ ਉੱਪਰ ਧਾਰੇ। ਤੇ ਇਹ ਚੌਧਰੀ ਹੋਣ ਕਰਕੇ ਜਦੋਂ ਇਹ ਮੁਸਲਮਾਨ ਬਣ ਗਿਆ, ਹਿੰਦੂਆਂ ਤੋਂ ਇਹ ਮੁਸਲਮਾਨ ਬਣਿਆ, ਤੇ ਇਹਨੇ ਲੋਕਾਂ ਨੂੰ ਜਿਹੜੇ ਉਸ ਇਲਾਕੇ ਦੇ ਵਿੱਚ ਹਿੰਦੂ ਰਹਿੰਦੇ ਸੀ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਬਹੁਤ ਸਾਰੇ ਅੱਗੇ ਇਤਿਹਾਸ ਦੇ ਵਿੱਚ ਆਪਾਂ ਜਾ ਕੇ ਵਾਚਾਂਗੇ ਕਿ ਜਦੋਂ ਕਸ਼ਮੀਰ ਨੂੰ ਔਰੰਗਜ਼ੇਬ ਨੇ ਚੁਣਿਆ ਕਿ ਸਭ ਤੋਂ ਜ਼ਿਆਦਾ ਜ਼ੁਲਮ ਕਸ਼ਮੀਰ ਦੇ ਜਿਹੜੇ ਲੋਕ ਹਿੰਦੂ ਸਨ, ਖੱਤਰੀ ਸਨ, ਬ੍ਰਾਹਮਣ ਸਨ, ਉਹਨਾਂ ਦੇ ਧਰਮ ਪਰਿਵਰਤਨ ਦੇ ਉੱਤੇ ਲਾਇਆ, ਤੇ ਕੁਝ ਤਾਂ ਜਿਹੜੇ ਸੀ ਧਰਮ ਨੂੰ ਤਬਦੀਲ ਕਰ ਚੁੱਕੇ ਸੀ। ਜਿਹੜੇ ਅੱਜ ਵੀ ਕਸ਼ਮੀਰ ਦੇ ਵਿੱਚ ਜਾਓ, ਉਸ ਇਲਾਕੇ ਦੇ ਵਿੱਚ ਦੋ ਤਰ੍ਹਾਂ ਦੇ ਪਠਾਨ ਮਿਲਦੇ ਨੇ, ਇੱਕ ਤਾਂ ਖੱਖੇ ਪਠਾਨ ਤੇ ਦੂਸਰੇ ਬੱਬੇ ਪਠਾਨ। ਖੱਖੇ ਪਠਾਨ ਜਿਹੜੇ ਨੇ ਉਹਨਾਂ ਨੂੰ ਆਖਿਆ ਜਿਹੜੇ ਖੱਤਰੀਆਂ ਤੋਂ ਕਨਵਰਟ ਹੋ ਕੇ ਹਿੰਦੂ ਸਨ, ਖੱਤਰੀ ਸਨ, ਤੇ ਉਹ ਕਨਵਰਟ ਹੋ ਕੇ ਧਰਮ ਤਬਦੀਲ ਕਰਕੇ ਮੁਸਲਮਾਨ ਬਣ ਗਏ, ਉਹ ਖੱਖੇ ਪਠਾਨ ਬਣ ਗਏ। ਤੇ ਜਿਹੜੇ ਬ੍ਰਾਹਮਣਾਂ ਤੋਂ ਹਿੰਦੂ ਬ੍ਰਾਹਮਣ ਜਿਹੜੇ ਸਨ ਉਹਨਾਂ ਨੇ ਧਰਮ ਤਬਦੀਲ ਕੀਤਾ, ਉਹ ਬੱਬੇ ਬ੍ਰਾਹਮਣ, ਬੱਬੇ ਪਠਾਨ ਹੋ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇਸੂ ਨੂੰ ਆਖਦੇ ਨੇ ਕਿ ਤੁਰਕ ਰੀਤ ਸਿਰ ਉੱਪਰ ਧਾਰੇ, ਕਿ ਦੇਸੂ ਦੇਖ ਪਿੰਡ ਦਾ ਤੂੰ ਚੌਧਰੀ ਸੁਲਤਾਨੀਆਂ ਦੇ ਪਿੱਛੇ ਲੱਗ ਕੇ ਤੂੰ ਧਰਮ ਤਬਦੀਲ ਕੀਤਾ। ਤੁਰਕਾਂ ਵਾਲੀ ਰੀਤ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਤੂੰ ਧਾਰਨ ਕਰ ਲਈ ਤੇ ਤੂੰ ਤੁਰਕ ਬਣਿਆ। ਦੂਸਰੇ ਪਾਸੇ ਜਿਹੜੇ ਤੇਰੇ ਆਪਣੇ ਮਜ਼ਹਬ ਵਾਲੇ ਹਿੰਦੂ ਸਨ ਤੂੰ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ। ਤੂੰ ਉਹਨਾਂ ਨੂੰ ਤੰਗ ਕਰਦਾ ਹੈ। ਤੇ ਸਤਿਗੁਰੂ ਮਹਾਰਾਜ ਨੇ ਅਸਲ ਸੱਚਾਈ ਦੱਸੀ, ਕਹਿਣ ਲੱਗੇ ਕਿ ਜਿਸ ਤੁਰਕ ਸੈਯਦ ਅਹਿਮਦ ਦੀ ਜਿਹੜੇ ਇੱਕ ਉਮਦ ਬਣੀ ਹੈ ਸੁਲਤਾਨੀਆਂ ਦੀ, ਕਹਿੰਦੇ ਨੇ ਇਹ ਜਿਹੜਾ ਸੈਯਦ ਸੀ ਨਾ ਅਹਿਮਦ, ਇਹਦੀ ਵਾਰਤਾ ਸਤਿਗੁਰੂ ਮਹਾਰਾਜ ਜੀ ਨੇ ਫਿਰ ਦੇਸੂ ਨੂੰ ਸੁਣਾਉਣਾ ਕੀਤੀ। ਮਹਾਰਾਜ ਕਹਿੰਦੇ ਨੇ ਦੇਸੂ, ਇਹ ਸੈਯਦ ਅਹਿਮਦ ਜਿਨ੍ਹਾਂ ਦੀ ਉਮਦ ਦੇ ਨਾਲ ਤੂੰ ਜੁੜਿਆ, ਇਹਨਾਂ ਦੇ ਮਰੀਦਾਂ ਨੇ ਹੀ ਅਸਲ 'ਚ ਸੈਯਦ ਅਹਿਮਦ ਨੂੰ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਵਿੱਚ ਇਹਨਾਂ ਸਈਦਾਂ ਨੇ ਜਿਹੜੇ ਉਹਦੇ ਅੱਗੇ ਚੇਲੇ ਸਨ ਉਹਨਾਂ ਨੇ ਕਰਾਮਾਤਾਂ ਦੇ ਰੂਪ ਦੇ ਵਿੱਚ ਇਸ ਸੁਲਤਾਨੀਏ ਦੀ, ਇਸ ਸੈਯਦ ਅਹਿਮਦ ਦੀ ਜਿਹੜੀ ਸੀ ਕਰਾਮਾਤਾਂ ਬਣਾ ਕਰਕੇ ਆਪਣੇ ਕੋਲੋਂ ਲੋਕਾਂ ਦੇ ਵਿੱਚ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਲੋਕਾਂ ਦੇ ਵਿੱਚ ਪ੍ਰਭਾਵ ਇਹਨਾਂ ਕਰਾਮਾਤਾਂ, ਇਹਨਾਂ ਗੱਲਾਂ ਦਾ ਪਿਆ। ਜਿਉਂ-ਜਿਉਂ ਇਹ ਗੱਲਾਂ ਫੈਲੀਆਂ ਤੇ ਇਹਨਾਂ ਗੱਲਾਂ ਦੇ ਕਰਕੇ ਉਹਨਾਂ ਨੇ ਇਸ ਉਮਦ ਨੂੰ ਜਿਹੜਾ ਸੀ ਆਪਣੇ ਵਾਲੇ ਕਲਾਵੇ ਦੇ ਵਿੱਚ ਲੋਕਾਂ ਨੂੰ ਲੈਣਾ ਸ਼ੁਰੂ ਕਰ ਦਿੱਤਾ। ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜਾ ਆਪ ਮੁਕਤ ਨਹੀਂ ਹੋ ਸਕਿਆ ਉਹ ਦੂਸਰੇ ਨੂੰ ਮੁਕਤ ਕਿਵੇਂ ਕਰ ਸਕਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਜਿਉਂਦਿਆਂ ਇਨਸਾਨਾਂ ਨੂੰ ਜਿਉਂਦੇ ਮਿਲਦੇ ਨੇ ਤੇ ਮੁਰਦਿਆਂ ਨੂੰ ਮੁਰਦੇ ਮਿਲਦੇ ਨੇ। ਜਿਹੜਾ ਆਪ ਕਬਰ ਦੇ ਵਿੱਚ ਬੈਠਾ ਹੋਇਆ ਉਹ ਦੂਸਰੇ ਨੂੰ ਕਿਵੇਂ ਸੁੱਖ ਦੇ ਸਕਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਜਦੋਂ ਵਿਚਾਰ ਨੂੰ ਉਹਨੇ ਗ੍ਰਹਿਣ ਕੀਤਾ, ਉਹਦੇ ਹਿਰਦੇ ਤੱਕ ਮਹਾਰਾਜ ਜੀ ਦੇ ਬਚਨ ਗਏ। ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਕਰਕੇ ਇਹਨੇ ਜੋ ਉਹ ਸਖੀ ਸਰਵਰ ਦੀ ਖੂੰਡੀ ਤੇ ਮੁਸੱਲਾ ਘਰ ਦੇ ਵਿੱਚ ਰੱਖਿਆ ਸੀ ਉਹਨੇ ਚੁੱਕ ਕੇ ਜਾ ਕੇ ਢਾਬ ਦੇ ਵਿੱਚ ਜਾ ਕੇ ਸੁੱਟ ਦਿੱਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਹੋਈ ਕਿ ਇਹ ਸਾਰਾ ਪਿੰਡ ਜਿਹੜਾ ਕੋਈ ਤਾਂ ਗੁੱਗੇ ਦੀ ਇੱਥੇ ਪੂਜਾ ਪਿਆ ਕਰੇ, ਕੋਈ ਕਬਰਾਂ ਨੂੰ ਪੂਜਦਾ ਹੈ, ਕੋਈ ਇੱਥੇ ਸਖੀ ਸਰਵਰ ਸੁਲਤਾਨੀਏ ਦਾ ਜਿਹੜਾ ਸੀ ਉਹ ਪੂਜਕ ਬਣ ਗਿਆ ਸੀ। ਤੇ ਬਾਣੀ ਨੇ ਸਾਨੂੰ ਸਦਾ ਹੀ ਪ੍ਰੇਰਿਤ ਕੀਤਾ ਹੈ ਕਿ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਤ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਤ੍ਰਿਸ਼ਨਾ ਦੇ ਵਿੱਚ ਫਸ ਕਰਕੇ ਦੁਬਿਧਾ ਦੇ ਵਿੱਚ ਨਹੀਂ ਪੈਣਾ। ਤੇ ਦੁਬਿਧਾ ਦੇ ਕਰਕੇ ਇਹ ਨਹੀਂ ਕਿ ਗੁਰੂ ਦਾ ਪੱਲਾ ਛੱਡ ਕਰਕੇ ਤੂੰ ਕਿਸੇ ਦੂਸਰੇ ਦੇ ਲੜ ਦੇ ਨਾਲ ਲੱਗ ਜਾਏ। ਤੂੰ ਮੜੀਆਂ ਨੂੰ, ਤੂੰ ਕਬਰਾਂ ਨੂੰ ਪੂਜਦਾ ਫਿਰੇ। ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਬਚਨ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਿਰਪਾ ਕੀਤੀ ਕਿ ਜਿਹੜਾ ਅਸਲ ਦੇ ਵਿੱਚ ਖਾਲਸਾ ਹੈ, ਜਾਂ ਜਿਹੜਾ ਇਹ ਆਖਦਾ ਹੈ ਕਿ ਮੈਂ ਗੁਰੂ ਕਾ ਸਿੱਖ ਹਾਂ, ਮੈਂ ਗੁਰੂ ਵਾਲਾ ਹਾਂ, ਮੈਂ ਸਿੱਖ ਹਾਂ, ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦੀ ਨਿਸ਼ਾਨੀ ਇਹ ਹੈ ਕਿ ਉਹ ਤਾਂ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੇ। ਉਹ ਇਹਨਾਂ ਵਹਿਮਾਂ ਭਰਮਾਂ ਵਾਲੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਕਿਰਪਾ ਕੀਤੀ। ਮਹਾਰਾਜ ਜੀ ਦੇ ਬਚਨ ਹਨ ਕਿ
गुर सतगुर का जो सिख अखाए, सो भलके उठ हर नाम ते आए। उद्यम करे भलके प्रभाती, इशनान करे ਅੰਮ੍ਰਿਤ ਸਰਨ ਆਏ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਸਿੱਖ ਹਾਂ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਅੰਮ੍ਰਿਤ ਵੇਲੇ ਉੱਠਣ ਵਾਲਾ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਾ ਹੋਵੇ, ਨਾਮ ਦੇ ਵਿੱਚ ਉਹ ਇੰਨਾ ਕੁ ਭਿੱਜਿਆ ਹੋਵੇ ਕਿ ਉਹ ਅੰਮ੍ਰਿਤਸਰ ਦਾ ਇਸ਼ਨਾਨੀ ਬਣ ਜਾਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਜਦੋਂ ਬਖਸ਼ਿਸ਼ ਸਿੱਖਾਂ 'ਤੇ ਹੋਈ ਤੇ ਉਹਨਾਂ ਨੇ ਸਾਡੀ ਝੋਲੀ ਦੇ ਵਿੱਚ ਰਹਿਤ ਮਰਿਆਦਾ ਪਾਈ। ਤੁਸੀਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹੋ ਤੇ ਉਹਦੇ ਪਹਿਲੇ ਹੀ ਜਿਹੜਾ ਪੇਜ ਹੈ ਉਹਦੇ ਉੱਪਰ ਲਿਖਿਆ ਹੈ, ਪਰਿਭਾਸ਼ਾ ਜਦੋਂ ਦੱਸੀ ਗਈ, ਡੈਫੀਨੇਸ਼ਨ ਦੱਸੀ ਗਈ ਕਿ ਸਿੱਖ ਕਿਹਨੂੰ ਆਖਦੇ ਆ। ਤੇ ਉੱਥੇ ਪੰਥ ਨੇ ਸਾਡੀ ਝੋਲੀ ਦੇ ਵਿੱਚ ਪਾ ਕੇ ਇਹ ਸਾਨੂੰ ਉਪਦੇਸ਼, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਉਪਦੇਸ਼ ਸੀ ਉਹਨੂੰ ਲਿਖਤੀ ਮਰਿਆਦਾ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਤੇ ਉਹ ਉਪਦੇਸ਼ ਝੋਲੀ 'ਚ ਪਾਇਆ ਕਿ ਸਿੱਖ ਅਸਲ ਦੇ ਵਿੱਚ ਉਹ ਹੈ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਜੋਤ ਸਰੂਪ ਸਤਿਗੁਰੂ 'ਤੇ ਵਿਸ਼ਵਾਸ ਭਰੋਸਾ ਰੱਖੇ, ਉਹ ਸਿੱਖ ਹੈ। ਜਿਹੜਾ ਅੰਮ੍ਰਿਤ 'ਤੇ ਭਰੋਸਾ ਰੱਖਦਾ ਹੈ ਉਹਨੂੰ ਸਿੱਖ ਆਖਦੇ ਆ। ਜਿਹੜਾ ਕਬਰਾਂ ਮੜੀ ਮਸਾਨਾਂ ਦਾ ਪੂਜਕ ਹੈ ਉਹਨੂੰ ਸਿੱਖ ਕਦੀ ਨਹੀਂ ਆਖਿਆ ਜਾ ਸਕਦਾ, ਭਾਵੇਂ ਕੱਪੜੇ ਸਿੱਖਾਂ ਵਾਲੇ ਪਾਏ ਹੋਵਣ, ਭਾਵੇਂ ਕੇਸ ਵੀ ਰੱਖੇ ਹੋਵਣ, ਦਸਤਾਰ ਵੀ ਸਜਾਉਂਦਾ ਹੋਵੇ, ਪਰ ਜੇਕਰ ਮਨ ਮਤ ਦਾ ਪੁਜਾਰੀ ਬਣ ਗਿਆ, ਜੇਕਰ ਕਬਰਾਂ ਨੂੰ ਉਹ ਪੂਜਦਾ ਪਿਆ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਸਿੱਖ ਨਹੀਂ ਹੋ ਸਕਦਾ। ਸਿੱਖ ਤਾਂ ਗੁਰੂ ਉਪਦੇਸ਼ 'ਤੇ ਚੱਲਣ ਵਾਲਾ ਹੈ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਉੱਥੋਂ ਦਾ ਚੌਧਰੀ ਸੀ, ਭੀਖੀ ਨਗਰ ਦਾ ਦੇਸੂ, ਉਹਨੂੰ ਮਹਾਰਾਜ ਜੀ ਨੇ ਉਪਦੇਸ਼ ਦੇਣਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਦੱਸਿਆ ਕਿ ਅਸਲ ਦੇ ਵਿੱਚ ਜਿਹੜਾ ਹੈ ਇਹ ਜੀਵਨ ਗਵਾਉਣ ਵਾਸਤੇ ਨਹੀਂ, ਇਹਨੂੰ ਸਵਾਰਨ ਦਾ ਯਤਨ ਕਰੋ। ਸਾਰਾ ਨਗਰ ਪਿੰਡ ਜਿਹੜਾ ਸੀ ਉਹ ਸਖੀ ਸਰਵੜਾਂ ਦੀ ਪੂਜਾ ਨੂੰ ਛੱਡ ਕੇ, ਸੁਲਤਾਨੀਆਂ ਕਬਰਾਂ ਗੁੱਗਿਆਂ ਦੀ ਪੂਜਾ ਨੂੰ ਛੱਡ ਕੇ ਨਾਮ ਦੇ ਵਿੱਚ ਲੱਗਿਆ। ਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚੌਧਰੀ ਦੇਸੂ ਨੂੰ ਆਪਣੇ ਕੋਲੋਂ 5 ਤੀਰ ਬਖਸ਼ਿਸ਼ ਕੀਤੇ ਤੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਹੁਣ ਦੇਸੂ ਪਰਿਵਾਰ ਦੇ ਵਿੱਚ ਗਿਆ ਤੇ ਇਹਦੀ ਜਿਹੜੀ ਨੂੰਹ ਸੀ ਉਹਨੇ ਕੁਝ ਚੁੱਕਣਾ ਦੇ ਦਿੱਤੀ। ਇਹਨੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਜਿਹੜੀ ਸੀ ਉਹ ਤੀਰ ਜਿਹੜੇ ਸੀ ਤੋੜ ਦਿੱਤੇ। ਅੱਗੇ ਸਤਿਗੁਰੂ ਮਹਾਰਾਜ ਜਦੋਂ ਪਹੁੰਚਦੇ ਨੇ ਤੇ ਮਹਾਰਾਜ ਪਾਤਸ਼ਾਹ ਨੂੰ ਪਿੱਛੋਂ ਇਹ ਵੀ ਕਿਸੇ ਨੇ ਆ ਕੇ ਦੱਸਿਆ, ਮਹਾਰਾਜ ਦੇਸੂ ਫਿਰ ਉਸੇ ਰੀਤ ਤੇ ਉਸੇ ਸਰਵ ਸੁਲਤਾਨੀਆਂ ਵਾਲੀ ਰੀਤ ਤੇ ਤੁਰ ਪਿਆ, ਉਹਨੇ ਤੀਰ ਵੀ ਤੋੜ ਦਿੱਤੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਤੀਰ ਤੋੜ ਦਿੱਤੇ, ਬਖਸ਼ਿਸ਼ ਮੋੜ ਲਈ, ਫਿਰ ਕਹਿੰਦੇ ਨੇ ਇਹਦਾ ਜੀਵਨ ਸਮਝੋ ਖਤਮ ਹੋ ਗਿਆ, ਕਿਉਂਕਿ ਆਤਮਿਕ ਜੀਵਨ ਉਦਣ ਮਰਦਾ ਜਿੱਦਣ ਗੁਰੂ ਉਪਦੇਸ਼ ਨੂੰ ਛੱਡਦੇ ਆ। ਇਹ ਘੋੜੇ ਤੇ ਜਾਂਦਿਆਂ ਹੋਇਆਂ ਘੋੜੇ ਤੋਂ ਡਿੱਗਿਆ, ਸਿਰ ਭਾਰ ਡਿੱਗਣ ਕਰਕੇ ਜਿਹੜੀ ਸੀ ਇਸ ਦੇਸੂ ਦੀ ਮੌਤ ਹੋ ਗਈ। ਸਤਿਗੁਰੂ ਮਹਾਰਾਜ ਜੀ ਕਿਰਪਾ ਕੀਤੀ ਆ, ਬਖਸ਼ਿਸ਼ ਕੀਤੀ ਆ ਕਿ ਇਹ ਜੀਵਨ ਜਿਹੜਾ ਅਮੋਲਕ ਮਿਲਿਆ ਹੈ, ਮਹਾਰਾਜ ਸਾਨੂੰ ਬਾਣੀ ਦੇ ਰੂਪ ਦੇ ਵਿੱਚ ਵੀ ਸਮਝ ਦਿੰਦੇ ਨੇ। ਇਤਿਹਾਸਿਕ ਘਟਨਾਵਾਂ, ਇਤਿਹਾਸਿਕ ਤੱਥਾਂ ਦੇ ਰਾਹੀਂ ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਨੇ। ਬਾਣੀ ਦੇ ਬਚਨ ਨੇ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਭਾਵੇਂ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਆਪਣੇ ਸਮੇਂ 'ਤੇ ਜਿਹੜੇ ਸਿੱਖ ਹੋਏ ਉਹਨਾਂ ਨੂੰ ਦਿੱਤਾ, ਪਰ ਉਹ ਉਪਦੇਸ਼ ਅੱਜ ਵੀ ਸਾਡੇ ਵਾਸਤੇ ਜਿਹੜਾ ਹੈ ਉਵੇਂ ਦਾ ਉਵੇਂ ਨਵਾਂ ਹੈ ਕਿ ਜਿਵੇਂ ਅੱਜ ਸਾਨੂੰ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਪਏ ਨੇ। ਜਿਵੇਂ ਸਤਿਗੁਰੂ ਮਹਾਰਾਜ 12 ਮਾਹ ਦੇ ਅੰਦਰ ਕਿਰਪਾ ਕੀਤੀ ਕਿ ਹਰ ਜੇਠ ਜੁੜੰਦਾ ਲੋੜੀਏ, ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ, ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ। ਮਹਾਰਾਜ ਕਹਿੰਦੇ ਨੇ ਅਸਲ ਮਾਨਕ ਮੋਤੀ ਜਿਹੜੇ ਖਜ਼ਾਨਾ ਹੈ ਉਹ ਪਰਮਾਤਮਾ ਦਾ ਨਾਮ ਹੈ। ਤੂੰ ਉਹਦੇ ਨਾਲ ਜੁੜ ਜਾ, ਜਿਹਦੇ ਅੱਗੇ ਸਾਰੇ ਝੁਕਦੇ ਨੇ। ਉਹਦੇ ਅੱਗੇ ਝੁਕਣ ਦੇ ਨਾਲ ਕੀ ਹੁੰਦਾ ਹੈ ਕਿ ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ। ਜਿਹੜਾ ਉਹਦਾ ਦਾਮਨ ਪਕੜਦਾ ਹੈ, ਪੱਲਾ ਪਕੜਦਾ ਹੈ ਮਾਲਕ ਵਾਹਿਗੁਰੂ ਦਾ, ਉਹ ਫਿਰ ਵਿਕਾਰਾਂ ਦੇ ਵਿੱਚ ਉਹਦਾ ਜੀਵਨ ਖਰਾਬ ਖਚਤ ਨਹੀਂ ਹੁੰਦਾ, ਜੀਵਨ ਸਫਲਾ ਹੋ ਜਾਂਦਾ ਹੈ। ਮਾਲਕ ਉਹਦੇ 'ਤੇ ਹੱਥ ਦੇ ਕੇ ਉਹਨੂੰ ਰੱਖ ਲੈਂਦੇ ਨੇ। ਗੁਰੂ ਕਿਰਪਾ ਕਰੇ, ਅਰਦਾਸ ਹੈ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹੋ ਉਭਾਰ। ਬਾਕੀ ਦੀਆਂ ਵਿਚਾਰਾਂ ਅਗਲੇ ਦੀਵਾਨ 'ਚ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ
ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ